ਸੁਹਾਗ ਕੀ ਹੁੰਦੇ ਹਨ ਅਤੇ ਇਹ ਕਦੋਂ ਗਾਏ ਜਾਂਦੇ ਹਨ, ਇਸ ਬਾਰੇ ਵਿਸਥਾਰ ਦੇ ਵਿੱਚ ਪੜ੍ਹਾਂਗੇ। ਸੁਹਾਗ ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ ਗੀਤ ਸੁਹਾਗ ਅਖਵਾਉਂਦੇ ਹਨ। ਇਹ ਲੋਕ ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ, ਵਿਆਹ ਦੀ ਕਾਮਨਾ, ਸਹੁਰੇ ਘਰ ਅਤੇ ਚੰਗੇ ਘਰ ਦੀ ਲੋਚਾ ਯਾਨੀ ਕਿ ਚੰਗੇ ਘਰ ਦੀ ਇੱਛਾ ਰੱਖਣ ਵਾਲੀ, ਪੇਕੇ ਤੇ ਸਹੁਰੇ ਘਰ ਨਾਲ ਇੱਕ ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾ ਅਤੇ ਸੱਭਿਆਚਾਰਕ ਪ੍ਰਭਾਵਾਂ ਹੇਠ ਬੁਣੇ ਸੁਪਨਿਆਂ ਆਦਿ ਦੇ ਪ੍ਰਗਟਾਅ ਦਾ ਮਾਧਿਅਮ ਬਣਦੇ ਹਨ। ਇਹਨਾਂ ਲੋਕ ਗੀਤਾਂ ਵਿੱਚ ਇੱਕ ਵਿਆਹੀ ਜਾਣ ਵਾਲੀ ਕੁੜੀ ਦੇ ਪੇਕੇ ਪਰਿਵਾਰ ਦੇ ਜੀਆਂ ਨਾਲ ਵਿਭਿੰਨ ਰਿਸ਼ਤੇ ਯਾਨੀ ਕਿ ਜਿਹੜੇ ਵੱਖੋ ਵੱਖਰੇ ਰਿਸ਼ਤੇ ਹਨ ਉਹਨਾਂ ਬਾਰੇ ਅਤੇ ਫਿਰ ਸਹੁਰੇ ਘਰ ਵਿੱਚ ਨਵੇਂ ਬਣੇ ਰਿਸ਼ਤੇ ਵਾਰ-ਵਾਰ ਆਏ ਹਨ। ਰਿਸ਼ਤਿਆਂ ਦੇ ਇਸ ਤਾਣੇ ਬਾਣੇ ਵਿੱਚ ਕਿਤੇ ਨਿੱਘ ਹੈ ਅਤੇ ਕਿਤੇ ਤਣਾਅ। ਨਿੱਘ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਆਪਸੀ ਪਿਆਰ ਹੈ ਅਤੇ ਕਿਤੇ ਤਣਾਅ ਵੀ ਹੈ। ਇਹਨਾਂ ਵਿੱਚ ਹੀ ਸਮਾਜਿਕ ਅਤੇ ਆਰਥਿਕ ਪੱਖ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਸਰਦਾਰ ਹੁੰਦੇ ਦਿਸਦੇ ਹਨ। ਵਿਆਹ ਵਿਅਕਤੀ ਦੀ ਸਮਾਜਿਕ ਜ਼ਿੰਦਗੀ ਦੀ ਮਹੱਤਵਪੂਰਨ ਘਟਨਾ ਹੁੰਦੀ ਹੈ। ਕੁੜੀ ਲਈ ਵਿਆਹ ਲਾਡਾਂ ਪਿਆਰਾਂ ਦੇ ਪੇਕੇ ਸੰਸਾਰ ਵਿੱਚੋਂ ਵਿਦਾ ਹੋ ਕੇ ਸਹੁਰੇ ਘਰ ਦੇ ਅਣਦੇਖੇ ਨਵੇਂ ਸੰਸਾਰ ਵਿੱਚ, ਅਣਦੇਖੇ ਮਤਲਬ ਜਿਹੜਾ ਘਰ ਹੈ ਉਹਨੇ ਦੇਖਿਆ ਹੀ ਨਹੀਂ ਹੁੰਦਾ, ਜਦੋਂ ਸ਼ਾਦੀ ਉਸਦੀ ਹੋ ਜਾਂਦੀ ਹੈ ਤਾਂ ਉੱਥੇ ਜਦੋਂ ਉਹ ਚਲੀ ਜਾਂਦੀ ਹੈ ਤਾਂ ਉਹਦੇ ਵਾਸਤੇ ਕੀ ਹੁੰਦਾ ਹੈ, ਇੱਕ ਅਣਦੇਖਾ ਸੰਸਾਰ ਹੀ ਹੁੰਦਾ ਹੈ। ਸੰਸਾਰ ਵਿੱਚ ਪ੍ਰਵੇਸ਼ ਕਰਨ ਦੀ ਰੀਤ ਦਾ ਨਾਂ ਹੈ। ਪੇਕੇ ਘਰ ਦੀ ਸੁਰੱਖਿਆ ਦੇ ਮੁਕਾਬਲੇ ਨਵੇਂ ਸਹੁਰੇ ਘਰ ਦਾ ਓਪਰਾ ਅਤੇ ਅਣਜਾਣਿਆ ਮਾਹੌਲ ਹੁੰਦਾ ਹੈ, ਜਿਸ ਪ੍ਰਤੀ ਕੁੜੀ ਦੇ ਮਨ ਵਿੱਚ ਕਈ ਪ੍ਰਕਾਰ ਦੇ ਸੰਸ਼ੇ ਹੁੰਦੇ ਹਨ। ਦੂਜੇ ਬੰਨੇ ਯਾਨੀ ਕਿ ਦੂਸਰੀ ਤਰਫੋਂ ਸਮਾਜਿਕ ਪ੍ਰਬੰਧ ਮੁਤਾਬਕ ਉਸ ਨੇ ਸਹੁਰੇ ਘਰ ਜਾਣਾ ਹੀ ਹੁੰਦਾ ਹੈ। ਬਾਲਗ ਇਸਤਰੀ ਲਈ ਸਹੁਰਾ ਘਰ ਨਵੀਆਂ ਭੂਮਿਕਾਵਾਂ ਨਿਭਾਉਣ ਦੇ ਮੌਕੇ ਦਿੰਦਾ ਹੈ, ਇਸ ਲਈ ਉਸ ਦੇ ਮਨ ਵਿੱਚ ਚਾਵਾਂ ਦੇ ਭਾਵ ਵੀ ਰਲੇ ਹੁੰਦੇ ਹਨ। ਜਿਹੜੇ ਸਮਾਜਿਕ ਵਾਤਾਵਰਣ ਵਿੱਚੋਂ ਸੁਹਾਗ ਦੇ ਇੱਕ ਲੋਕ ਗੀਤ ਪੈਦਾ ਹੋਏ ਹਨ ਯਾਨੀ ਕਿ ਉਸ ਦੇ ਰਾਹੀਂ ਹੀ ਇਹ ਲੋਕ ਗੀਤ ਪੈਦਾ ਹੋਏ ਹਨ, ਉਸ ਵਿੱਚ ਕੁੜੀ ਦੇ ਵਿਆਹ ਦਾ ਨਿਰਣਾ ਬਾਬਲ ਕਰਦਾ ਹੈ। ਨਿਰਣਾ ਮਤਲਬ ਡਿਸੀਜ਼ਨ ਲੈਂਦਾ ਹੈ। ਬਹੁਤੇ ਸੁਹਾਗ ਧੀ ਵੱਲੋਂ ਬਾਬਲ ਨੂੰ ਹੀ ਸੰਬੋਧਿਤ ਹੁੰਦੇ ਹਨ। ਇਸ ਦੇ ਵਿੱਚ ਬਾਬਲ ਮਾਪਿਓ ਨੂੰ ਆਖਿਆ ਗਿਆ ਹੈ। ਬਾਬਲ ਲਈ ਧੀ ਦਾ ਵਿਆਹ ਇੱਕ ਅਜਿਹਾ ਕਾਰਜ ਹੁੰਦਾ ਹੈ ਜੋ ਧਰਮ ਕਰਾਉਂਦਾ ਹੈ, ਜਿਸ ਦੇ ਕਰਨ 'ਤੇ ਜਸ ਅਤੇ ਪੁੰਨ ਦੋਵੇਂ ਹੁੰਦੇ ਹਨ। ਦੂਜੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਕਾਰਜ ਲਈ ਸਾਂਝੇ ਪਰਿਵਾਰ ਦੇ ਸਾਰੇ ਮਰਦ, ਕੁੜੀ ਦੇ ਚਾਚੇ ਤਾਏ ਅਤੇ ਨੇੜੇ ਦੇ ਰਿਸ਼ਤੇਦਾਰ, ਮਾਮੇ ਨਾਨੇ ਆਦਿ ਨਾਲ ਆ ਜੁੜਦੇ ਹਨ। ਇਸ ਤਰ੍ਹਾਂ ਇਹ ਕਾਰਜ ਪਰਿਵਾਰ ਦੇ ਸਾਕ ਸੰਬੰਧੀਆਂ ਮਤਲਬ ਰਿਸ਼ਤੇਦਾਰਾਂ ਲਈ ਸਾਂਝੀ ਜ਼ਿੰਮੇਵਾਰੀ ਬਣਿਆ ਹੁੰਦਾ ਹੈ। ਸੁਹਾਗ ਦੇ ਲੋਕ ਗੀਤਾਂ ਵਿੱਚ ਧੀ ਲਈ ਬਾਬਲ ਰਾਜਾ ਹੈ ਯਾਨੀ ਕਿ ਉਸਦੇ ਮਾਂ ਪਿਓ ਜਿਹੜੇ ਹਨ ਉਹ ਕੌਣ ਹਨ, ਉਸਦਾ ਜਿਹੜਾ ਫਾਦਰ ਹੈ ਉਹ ਰਾਜਾ ਹੈ। ਉਸਦਾ ਘਰ ਮਹਿਲ ਹੈ, ਬਾਹਰ ਬਾਗ ਹੈ ਜਿਸ ਵਿੱਚ ਚੰਦਨ ਦੇ ਰੁੱਖ ਲੱਗੇ ਹੋਏ ਹਨ, ਤਲਾਅ ਹਨ ਅਤੇ ਚੰਬਾ ਖਿੜਦਾ ਹੈ। ਇਸ ਤਰ੍ਹਾਂ ਬਾਬਲ ਇੱਕ ਰਾਜੇ ਵਾਂਗ ਹੈ, ਪਰ ਉਹ ਧੀ ਵਿਆਹੁੰਦਾ ਜਾਣੋ ਨਿਭ ਜਾਂਦਾ ਹੈ। ਨਿਭ ਜਾਂਦਾ ਮਤਲਬ ਝੁਕ ਜਾਂਦਾ ਹੈ। ਧੀ ਦੇ ਪੇਕੇ ਪਰਿਵਾਰ ਤੋਂ ਵਿਛੜਨ ਦੀ ਘੜੀ ਬਹੁਤ ਭਾਵੁਕਤਾ ਵਾਲੀ ਹੁੰਦੀ ਹੈ, ਤਦ ਉਸਦਾ ਬਾਬਲ ਹੀ ਨਹੀਂ ਸਾਰਾ ਪਰਿਵਾਰ ਅਤੇ ਸਾਕ ਸੰਬੰਧੀ ਛਮ-ਛਮ ਰੋਂਦੇ ਹਨ। ਸੁਹਾਗ ਦੇ ਗੀਤਾਂ ਨੂੰ ਕੁੜੀਆਂ ਅਤੇ ਇਸਤਰੀਆਂ ਰਲ ਕੇ ਗਾਉਂਦੀਆਂ ਹਨ। ਗਾਉਣ ਦੀਆਂ ਲੋੜਾਂ ਅਨੁਸਾਰ ਇਹਨਾਂ ਵਿੱਚ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਦਾ ਦੋਹਰਾ ਹੁੰਦਾ ਹੈ, ਮਤਲਬ ਇਸਨੂੰ ਬਾਰ-ਬਾਰ ਦੁਹਰਾਇਆ ਜਾਂਦਾ ਹੈ, ਗਾਇਆ ਜਾਂਦਾ ਹੈ। ਗਾਉਣ ਵਾਲੇ ਦੀ ਉਪਭਾਸ਼ਾ ਅਨੁਸਾਰ ਸ਼ਬਦਾਂ ਦਾ ਰੂਪ ਕੁਝ ਬਦਲ ਜਾਂਦਾ ਹੈ, ਜਿਵੇਂ ਦਾਹੜੀ ਤੋਂ ਦਾੜੀ, ਦੇਵੀ ਤੋਂ ਦੇਈ, ਨੀਵਿਆਂ ਤੋਂ ਨਿਮਿਆਂ। ਇਸ ਤਰ੍ਹਾਂ ਰਸ ਦੀ ਲੋੜ ਅਨੁਸਾਰ ਸਾਡੜੇ ਸਾਡੇ, ਬੇਟੜੀ ਬੇਟੀ, ਵੱਡੜਾ ਵੱਡਾ, ਬਾਹਲੜੇ ਬਹੁਤੇ, ਡੱਬੜੇ ਡੱਬੇ, ਹੁੰਦੜੀ ਹੁੰਦੀ ਆਦਿ ਸ਼ਬਦ ਵਰਤੇ ਜਾਂਦੇ ਹਨ। ਸੁਹਾਗ ਦੇ ਗੀਤ ਭਾਵ ਅਤੇ ਬਣਤਰ ਪੱਖੋਂ ਸਰਲ ਹਨ। ਇਹਨਾਂ ਵਿੱਚ ਦੁਹਰਾਅ ਹੈ, ਪ੍ਰਕਿਰਤੀ ਦੀਆਂ ਨਿਰਮਲ ਛੂਹਾਂ ਹਨ ਅਤੇ ਗਾਉਣ ਲਈ ਲੈਅ ਅਤੇ ਰਵਾਨੀ ਹੈ। ਇਸ ਪਾਠ ਪੁਸਤਕ ਵਿੱਚ ਲਈ ਵੰਨਗੀ ਵਜੋਂ ਪੰਜਾਬੀ ਦੇ 8 ਸੁਹਾਗ ਚੁਣੇ ਗਏ ਹਨ। ਇਸ ਦਾ
ਪਹਿਲਾ ਜਿਹੜਾ ਹੈ ਸੁਹਾਗ, ਯਾਨੀ ਕਿ ਇਸ ਦਾ ਹੁਣ ਅਸੀਂ ਵਿਆਖਿਆ ਕਰਾਂਗੇ। ਚੜ੍ਹ ਚਬਾਰੇ ਸੁੱਤਿਆ। ਚੜ੍ਹ ਚਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ, ਤੂੰ ਸੁੱਤਾ ਲੋਕੀ ਜਾਗਦੇ, ਘਰ ਬੇੜੜੀ ਹੋਈ ਮੁਟਿਆਰ। ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਮੁਟਿਆਰ ਹੋਈ ਧੀ ਆਪਣੇ ਬਾਪ ਨੂੰ, ਮੁਟਿਆਰ ਮਤਲਬ ਵੱਡੀ ਹੋਈ ਕੁੜੀ ਆਪਣੇ ਬਾਪ ਨੂੰ ਸੰਬੋਧਨ ਕਰਦੀ ਹੋਈ ਕਹਿ ਰਹੀ ਹੈ ਕਿ ਉਹ ਉਸਦੀ ਜਵਾਨੀ ਅਤੇ ਰੂਪ ਵੱਲੋਂ ਇਸ ਤਰ੍ਹਾਂ ਬੇਪਰਵਾਹ ਹੈ ਜਿਸ ਤਰ੍ਹਾਂ ਕੋਈ ਆਪਣੀ ਜ਼ਿੰਮੇਵਾਰੀਆਂ ਭੁਲਾ ਕੇ ਬੇਫਿਕਰੀ ਨਾਲ ਚੁਬਾਰੇ ਉੱਤੇ ਚੜ੍ਹ ਕੇ ਸੁੱਤਾ ਪਿਆ ਹੈ। ਚੁਬਾਰਾ ਮਤਲਬ ਘਰ ਦੀ ਛੱਤ ਦੇ ਉੱਤੇ। ਉਸ ਨੂੰ ਇਸ ਗੱਲ ਦੀ ਫਿਕਰ ਨਹੀਂ ਕਿ ਉਹ ਉਸ ਦੇ ਵਿਹੜੇ ਵਿੱਚ ਬਨੇਰੇ ਦੀ ਛਾਂ ਵਾਂਗ ਆਈ ਹੈ। ਉਹ ਇਸ ਦੇ ਵਿੱਚ ਕਿਸ ਲਈ ਵਰਤਿਆ ਗਿਆ ਹੈ? ਕੁੜੀ ਲਈ, ਯਾਨੀ ਕਿ ਉਸਦੀ ਧੀ ਦੇ ਲਈ ਵਰਤਿਆ ਗਿਆ ਹੈ। ਉਹ ਕਹਿ ਰਹੀ ਹੈ ਕਿ ਉਸਦੀ ਜਿਹੜੀ ਧੀ ਹੈ ਉਹ ਉਸਦੇ ਵਿਹੜੇ ਵਿੱਚ ਬਨੇਰੇ ਦੀ ਛਾਂ ਵਾਂਗ ਹੈ ਅਤੇ ਉਸਨੇ ਸਦਾ ਉੱਥੇ ਨਹੀਂ ਰਹਿਣਾ। ਉਹ ਦੇਖ ਰਹੀ ਹੈ ਕਿ ਹੋਰਨਾਂ ਜਵਾਨ ਧੀਆਂ ਦੇ ਬਾਪ ਇਸ ਗੱਲ ਵੱਲੋਂ ਖਬਰਦਾਰ ਹਨ, ਪਰ ਉਸ ਦਾ ਬਾਪ ਕੀ ਹੈ? ਬੇਪਰਵਾਹ ਹੈ। ਉਹ ਸਮਝਦਾ ਹੀ ਨਹੀਂ ਕਿ ਉਸ ਦਾ ਰੂਪ ਦੁੱਧ ਦੇ ਭਰੇ ਹੋਏ ਛੰਨੇ ਵਾਂਗ ਅਤੇ ਭਰਪੂਰ ਜੋਬਨ 'ਤੇ ਹੈ, ਯਾਨੀ ਕਿ ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨਾਵਣ ਚੱਲੀ ਆ ਤਲਾ, ਮੈਲ ਹੋਵੇ ਝੱਟ ਝੜ ਜਾਵੇ ਵਾਰੀ, ਰੂਪ ਨਾ ਚੜਿਆ ਜਾ। ਯਾਨੀ ਕਿ ਉਸ ਦੇ ਵਿੱਚ ਇਹ ਕਿਹਾ ਗਿਆ ਹੈ, ਕੁੜੀ ਆਪਣੇ ਬਾਬਲ ਨੂੰ ਇਹ ਕਹਿ ਰਹੀ ਹੈ ਕਿ ਉਹ ਸਮਝਦਾ ਹੀ ਨਹੀਂ ਕਿ ਉਸ ਦਾ ਰੂਪ ਦੁੱਧ ਦੇ ਭਰੇ ਹੋਏ ਛੰਨੇ ਵਾਂਗ ਆਪਣੇ ਭਰਪੂਰ ਜੋਬਨ 'ਤੇ ਹੈ। ਇਹ ਸਭ ਦੀਆਂ ਨਜ਼ਰਾਂ ਨੂੰ ਖਿੱਚਦਾ ਹੈ। ਉਹ ਕਿਸੇ ਤਰ੍ਹਾਂ ਵੀ ਆਪਣੇ ਇਸ ਸੁੰਦਰ ਰੂਪ ਤੋਂ ਬਚ ਨਹੀਂ ਸਕਦੀ। ਇਹ ਇਸ ਤਰ੍ਹਾਂ ਦੀ ਚੀਜ਼ ਨਹੀਂ ਕਿ ਜਦੋਂ ਉਹ ਤਲਾ ਮਤਲਬ ਤਲਾਬ ਵਿੱਚ ਨਹਾਉਣ ਜਾਵੇ ਅਤੇ ਇਹ ਮੈਲ ਵਾਂਗ ਝੱਟ ਉਸਦੇ ਸਰੀਰ ਨਾਲੋਂ ਲੱਥ ਜਾਵੇ। ਇਸ ਕਰਕੇ ਬਾਪ ਨੂੰ ਇਸ ਦਾ ਫਿਕਰ ਕਰਦਿਆਂ ਉਸਦੇ ਵਿਆਹ ਲਈ ਹੀਲਾ ਵਸੀਲਾ ਕਰਨਾ ਚਾਹੀਦਾ ਹੈ, ਯਾਨੀ ਕਿ ਉਸਦੇ ਵਾਸਤੇ ਮੁੰਡਾ ਲੱਭ ਕੇ ਉਸਦੀ ਸ਼ਾਦੀ ਕਰਵਾ ਦੇਣੀ ਚਾਹੀਦੀ ਹੈ। ਮਾਏ ਨੀ ਸੁਣ ਮੇਰੀਏ, ਮਾਏ ਨੀ ਸੁਣ ਮੇਰੀਏ ਵਾਰੀ, ਬਾਬਲ ਮੇਰੇ ਨੂੰ ਸਮਝਾ, ਸਾਡੇ ਤਾਂ ਹਾਨ ਦੀਆਂ ਸਾਵਰੇ ਵਾਰੀ, ਸਾਡੜੇ ਮਨ ਵਿੱਚ ਚਾਅ। ਇਸ ਦੇ ਵਿੱਚ ਮੁਟਿਆਰ ਇਹ ਕਹਿ ਰਹੀ ਹੈ ਕਿ ਹੇ ਮਾਂ, ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ, ਤੂੰ ਮੇਰੇ ਬਾਪ ਨੂੰ ਸਮਝਾ ਕਿ ਮੇਰੇ ਹਾਨ ਦੀਆਂ, ਹਾਨ ਮਤਲਬ ਯਾਨੀ ਕਿ ਉਸਦੀ ਉਮਰ ਦੀਆਂ ਜਿੰਨੀਆਂ ਵੀ ਕੁੜੀਆਂ ਸਨ ਉਹ ਸਹੁਰੇ ਚਲੀਆਂ ਗਈਆਂ ਹਨ ਅਤੇ ਉਸ ਦੇ ਮਨ ਵਿੱਚ ਵੀ ਸਹੁਰੇ ਜਾਣ ਦਾ ਚਾਅ ਹੈ। ਬਾਬਲ ਰੋਂਦੇ ਦੀ ਦਾੜੀ ਭਿੱਜੀ ਵਾਰੀ, ਮਾਈ ਨੇ ਦਰਿਆ ਚਲਾ, ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਵਿੱਚ ਚਾਅ। ਇਹ ਸੁਣ ਕੇ ਉਸ ਤੋਂ ਪੈਣ ਵਾਲੇ ਵਿਛੋੜੇ ਬਾਰੇ ਸੋਚ ਕੇ ਬੇਬਸ ਬਾਪ ਦੀ ਰੋ ਰੋ ਕੇ ਅਥਰੂਆਂ ਨਾਲ ਦਾੜੀ ਭਿੱਜ ਗਈ, ਯਾਨੀ ਕਿ ਉਸਦੀ ਦਾੜੀ ਜਿਹੜੀ ਆ ਉਹ ਗਿੱਲੀ ਹੋ ਗਈ ਅਤੇ ਮਾਂ ਨੇ ਅਥਰੂਆਂ ਦਾ ਦਰਿਆ ਵਹਾ ਦਿੱਤਾ। ਮੈਂ ਆਪਣੇ ਵੀਰ ਤੋਂ ਕੁਰਬਾਨ ਜਾਂਦੀ ਹਾਂ, ਜਿਸ ਦਾ ਇਸ ਗੱਲ ਕਾਰਨ ਅਥਰੂ ਪੂੰਝ ਪੂੰਝ ਕੇ ਰੁਮਾਲ ਭਿੱਜ ਗਿਆ ਹੈ। ਮੈਂ ਦੇਖਿਆ ਕਿ ਭਾਬੀ ਦੇ ਮਨ ਵਿੱਚ, ਜਿਸ ਤਰ੍ਹਾਂ ਕਿ ਇੱਥੇ ਦੇ ਰੱਖਿਆ ਹੈ, ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਵਿੱਚ ਚਾਅ। ਭਾਬੋ ਮਤਲਬ ਭਾਬੀ। ਮੈਂ ਦੇਖਿਆ ਕਿ ਭਾਬੀ ਦੇ ਮਨ ਵਿੱਚ ਤਾਂ ਆਪਣੀ ਨਨਾਣ ਦਾ ਵਿਆਹ ਕਰਨ ਦਾ ਚਾਅ ਪੈਦਾ ਹੋ ਗਿਆ ਹੈ। ਚੜ੍ਹ ਚੁਬਾਰੇ ਸੁੱਤਿਆ ਚਾਚਾ, ਆਈ ਬਨੇਰੇ ਦੀ ਛਾਂ, ਤੂੰ ਸੁੱਤਾ ਲੋਕੀ ਜਾਗਦੇ, ਘਰ ਭਤੀਜੀ ਹੋਈ ਮੁਟਿਆਰ। ਇਸ ਦੇ ਵਿੱਚ ਕਵੀ ਯਾਨੀ ਕਿ ਉਹ ਕਹਿ ਰਹੀ ਹੈ, ਕੁੜੀ ਕਹਿ ਰਹੀ ਹੈ, ਮੁਟਿਆਰ ਕਹਿ ਰਹੀ ਹੈ ਕਿ ਆਪਣੇ, ਉਹ ਕਿਸ ਨੂੰ ਇਸ ਦੇ ਵਿੱਚ ਸੰਬੋਧਨ ਕਰਕੇ ਕਹਿ ਰਹੀ ਹੈ? ਉਹ ਇਸ ਦੇ ਵਿੱਚ ਆਪਣੇ ਚਾਚੇ ਨੂੰ ਸੰਬੋਧਨ ਕਰਦੀ ਹੋਈ ਕਹਿ ਰਹੀ ਹੈ ਕਿ ਉਹ ਉਸਦੀ ਜਵਾਨੀ ਅਤੇ ਰੂਪ ਵੱਲੋਂ ਇਸ ਤਰ੍ਹਾਂ ਬੇਪਰਵਾਹ ਹੈ ਜਿਸ ਤਰ੍ਹਾਂ ਕੋਈ ਆਪਣੀਆਂ ਜ਼ਿੰਮੇਵਾਰੀਆਂ ਭੁਲਾ ਕੇ ਬੇਫਿਕਰੀ ਨਾਲ ਚੁਬਾਰੇ ਉੱਤੇ ਚੜ੍ਹ ਕੇ ਸੁੱਤਾ ਪਿਆ ਹੋਵੇ। ਉਸ ਨੂੰ ਇਸ ਗੱਲ ਦਾ ਫਿਕਰ ਹੀ ਨਹੀਂ ਕਿ ਉਸ ਦੀ ਭਤੀਜੀ ਉਹਨਾਂ ਦੇ ਵਿਹੜੇ ਵਿੱਚ
ਬਨੇਰੇ ਦੀ ਛਾਂ ਵਾਂ ਥੋੜ੍ਹੇ ਚਿਰ ਲਈ ਆਈ ਹੈ। ਉਸਨੇ ਉੱਥੇ ਸਦਾ ਨਹੀਂ ਰਹਿਣਾ। ਉਹ ਦੇਖ ਰਹੀ ਹੈ ਕਿ ਹੋਰਨਾਂ ਜਵਾਨ ਹੋਈਆਂ ਕੁੜੀਆਂ ਦੇ ਚਾਚੇ ਮਾਪੇ ਇਸ ਗੱਲ ਤੋਂ ਖਬਰਦਾਰ ਹਨ, ਪਰ ਉਹ ਕੀ ਹਨ? ਬੇਪਰਵਾਹ ਹਨ। ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨਾਵਣ ਚੱਲੀਆਂ ਤਲਾ, ਮੈਲ ਹੋਵੇ ਝੱਟ ਚੜ ਜਾਵੇ ਮਤਲਬ ਉਤਰ ਜਾਵੇ, ਰੂਪ ਨਾ ਚੜਿਆ ਜਾ। ਉਹ ਸਮਝਦਾ ਨਹੀਂ ਕਿ ਉਸ ਦਾ ਰੂਪ ਤੇ ਜੋਬਨ ਦੁੱਧ ਭਰੇ ਛੰਨੇ ਵਾਂਗ ਭਰਪੂਰ ਹੈ ਤੇ ਇਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਉਹ ਕਿਸੇ ਤਰ੍ਹਾਂ ਵੀ ਆਪਣੇ ਇਸ ਰੂਪ ਤੋਂ ਛੁਟਕਾਰਾ ਨਹੀਂ ਪਾ ਸਕਦੀ। ਇਸ ਤਰ੍ਹਾਂ ਦੀ ਚੀਜ਼ ਨਹੀਂ ਕਿ ਜਦੋਂ ਉਹ ਤਲਾਅ ਦੇ ਵਿੱਚ ਨਹਾਉਣ ਜਾਵੇ ਤਾਂ ਉਹ ਉਸਦੇ ਸਰੀਰ ਨਾਲੋਂ ਮੈਲ ਵਾਂਗ ਝਟਪਟ ਲੱਥ ਜਾਵੇ। ਇਸ ਕਰਕੇ ਉਸ ਨੂੰ ਇਸ ਦਾ ਫਿਕਰ ਕਰਦਿਆਂ ਉਸਦੇ ਵਿਆਹ ਦਾ ਹੀਲਾ ਵਸੀਲਾ ਕਰਨਾ ਚਾਹੀਦਾ ਹੈ। ਪਹਿਲਾਂ ਇਸ ਦੇ ਵਿੱਚ ਦੇਖੋ ਦੇ ਰੱਖਿਆ, ਮੁਟਿਆਰ ਜਿਹੜੀ ਹੈ ਪਹਿਲੇ ਆਪਣੇ ਬਾਪ ਨੂੰ ਯਾਨੀ ਕਿ ਬਾਬਲ ਨੂੰ ਆਖਦੀ ਹੈ, ਫਿਰ ਆਪਣੀ ਮਾਂ ਨੂੰ ਆਖਦੀ ਹੈ ਅਤੇ ਉਸ ਤੋਂ ਬਾਅਦ ਆਪਣੇ ਚਾਚੇ ਨੂੰ ਆਖਦੀ ਹੈ। ਫਿਰ ਆ ਗਿਆ ਚਾਚੀ ਨੀ ਸੁਣ ਮੇਰੀਏ ਵਾਰੀ, ਚਾਚੇ ਮੇਰੇ ਨੂੰ ਸਮਝਾ, ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ਸਾਡੇ ਮਨ ਵਿੱਚ ਚਾਅ। ਇਸ ਦੇ ਵਿੱਚ ਕੁੜੀ ਜਿਹੜੀ ਹੈ ਆਪਣੀ ਚਾਚੀ ਤੋਂ ਕੁਰਬਾਨ ਜਾਂਦੀ ਹੋਈ ਕਹਿੰਦੀ ਹੈ ਕਿ ਹੇ ਮੇਰੀਏ ਚਾਚੀਏ, ਤੂੰ ਮੇਰੇ ਚਾਚੇ ਨੂੰ ਸਮਝਾ ਕਿ ਮੇਰੇ ਹਾਣ ਦੀਆਂ ਸਭ ਕੁੜੀਆਂ ਸਹੁਰੇ ਚਲੀਆਂ ਗਈਆਂ ਹਨ। ਮੇਰੇ ਮਨ ਵਿੱਚ ਵੀ ਸਹੁਰੇ ਜਾਣ ਦਾ ਚਾਅ ਹੈ। ਚਾਅ ਮਤਲਬ ਸ਼ੌਂਕ ਹੈ। ਚਾਚੇ ਰੋਂਦੇ ਦੀ ਦਾੜੀ ਭਿੱਜੀ ਵਾਰੀ, ਚਾਚੀ ਨੇ ਦਰਿਆ ਚਲਾ, ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਵਿੱਚ ਚਾਅ। ਇਹ ਸੁਣ ਕੇ ਉਸਦੇ ਵਿਛੋੜੇ ਬਾਰੇ ਸੋਚ ਕੇ ਚਾਚੇ ਦੇ ਰੋਂਦੇ ਦੀ ਦਾੜੀ ਅਥਰੂਆਂ ਨਾਲ ਭਿੱਜ ਗਈ ਤੇ ਚਾਚੀ ਨੇ ਰੋ ਰੋ ਕੇ ਅਥਰੂਆਂ ਦਾ ਦਰਿਆ ਵਹਾ ਦਿੱਤਾ। ਮੈਂ ਆਪਣੇ ਭਰਾ ਤੋਂ ਕੁਰਬਾਨ ਜਾਂਦੀ ਹਾਂ, ਜਿਸ ਦਾ ਇਸ ਗੱਲ ਕਾਰਨ ਆਪਣੇ ਅਥਰੂ ਪੂੰਝਦੇ ਦਾ ਰੁਮਾਲ ਭਿੱਜ ਗਿਆ। ਮੈਂ ਦੇਖਿਆ ਕਿ ਭਾਬੋ ਦੇ ਮਨ ਵਿੱਚ ਤਾਂ ਨਨਾਣ ਦਾ ਵਿਆਹ ਕਰਨ ਦਾ ਚਾਅ ਪੈਦਾ ਹੋ ਗਿਆ।